ਰੀਅਲ estate ਗੁਰੂ ਦੇ ਇਸ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਦੋਸਤੋ। ਤੁਹਾਨੂੰ ਪਤਾ ਹੈ ਕਿ ਇਹਨਾਂ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦਾ ਘਰ ਲੈਣਾ ਚਾਹੁੰਦੇ ਹੋ, ਸਾਡੀ ਉਮੀਦ ਹੁੰਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਜਾਣ। ਜਿਹੜੇ ਸਾਡੇ ਪੁਰਾਣੇ ਸ਼ੋਅਜ਼ ਹੈ ਨੇ, ਚਾਹੇ ਉਹ ਰੀਅਲ estate ਨੂੰ ਲੈ ਕੇ, ਮੋਰਗੇਜ ਨੂੰ ਲੈ ਕੇ, ਲਾਈਕ ਘਰ ਲੈਣ ਦੇ ਪ੍ਰਤੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈਗੀ ਆ, ਉਹਨਾਂ ਸ਼ੋਅਜ਼ ਦੇ ਵਿੱਚ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਸਵਾਲ ਨੇ ਸਾਡੇ ਤੱਕ ਆ ਸਕਣ ਤੇ ਅਸੀਂ ਆਪਣੇ ਐਕਸਪਰਟਸ ਨੂੰ ਬੁਲਾ ਸਕੀਏ। ਜਿੱਦਾਂ ਕਿ ਤੁਸੀਂ ਰਿਤੂ ਬੱਗਾ ਜੀ ਦਾ ਪਿਛਲੇ ਐਪੀਸੋਡ ਦੇ ਵਿੱਚ ਸਾਨੂੰ ਜਿਹੜੇ ਸਵਾਲ ਭੇਜੇ ਸੀ ਕਿ ਅੱਜ ਅਸੀਂ ਉਹਨਾਂ ਨੂੰ ਫੇਰ ਇਸ ਪ੍ਰੋਗਰਾਮ ਦੇ ਰਾਹੀਂ ਇਨਵਾਈਟ ਕੀਤਾ, ਜਿਹੜੇ ਕਿ ਤੁਹਾਨੂੰ ਅੱਜ ਇੱਕ ਦਫਾ ਫੇਰ ਜਾਣਕਾਰੀ ਦੇਣਗੇ ਕਿ ਅਗਰ ਤੁਸੀਂ ਐਡਮਿੰਟਨ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ ਤਾਂ ਘਰ ਲੈਣ ਦੇ ਲਈ ਐਂਡ ਯੂਜ਼ਰ ਦੇ ਲਈ ਸਭ ਤੋਂ ਵੱਡੀਆਂ ਜਿਹੜੀਆਂ ਜ਼ਰੂਰਤਾਂ ਕੀ ਨੇ, ਕਿਸ ਢੰਗ ਦੇ ਨਾਲ ਤੁਸੀਂ ਆਪਣਾ ਇੱਕ ਵਧੀਆ ਘਰ ਸਿਲੈਕਟ ਕਰਕੇ ਤੁਸੀਂ ਆਪਣਾ ਜਿਹੜਾ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਤਾਂ ਰਿਤੂ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ। ਤਾਂ ਦੋਸਤੋ, ਰਿਤੂ ਬੱਗਾ ਜੀ ਜਿਹੜੇ ਕਿ ਇੱਕ ਰੀਅਲਟਰ ਨੇ, ਸਪੈਸ਼ਲੀ ਇਹ ਨੋਰਾਲਟਾ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ। ਇਹ ਟੌਪ 5% ਰੀਅਲਟਰ ਦੇ ਵਿੱਚ ਆਪਣੀ ਬ੍ਰੋਕਰੇਜ ਦੇ ਵਿੱਚ ਆਉਂਦੇ ਨੇ। ਤਾਂ ਇਸ ਕਰਕੇ ਤੁਸੀਂ ਇਹਨਾਂ ਤੋਂ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਇਹਨਾਂ ਦਾ ਹੈਲਪਲਾਈਨ ਨੰਬਰ, ਇਹਨਾਂ ਦੀ ਡਿਟੇਲਸ ਸਾਰੀਆਂ ਸਕਰੀਨ ਦੇ ਨੀਚੇ ਅਸੀਂ ਪਾਉਂਦੇ ਰਵਾਂਗੇ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਇਹਨਾਂ ਤੋਂ ਮਦਦ ਮਿਲ ਸਕੇ। ਤਾਂ ਰਿਤੂ ਮੈਮ, ਸਭ ਤੋਂ ਪਹਿਲਾਂ ਤਾਂ ਜਿਹੜੇ ਇੱਕ ਰੀਅਲਟਰ ਦੀ ਆਪਾਂ ਗੱਲ ਕਰੀਏ, ਇੱਕ ਐਂਡ ਯੂਜ਼ਰ ਦੇ ਨਾਲ ਜਿਹੜਾ ਇੱਕ ਰਿਸ਼ਤਾ ਹੁੰਦਾ ਵੀ ਜਦੋਂ ਕਿਸੇ ਨੇ ਘਰ ਲੈਣਾ ਹੈਗਾ, ਤੁਹਾਡਾ ਕਿਸ ਤਰ੍ਹਾਂ ਦਾ ਜਿਹੜਾ ਹੈਗੀ ਸਰਵਿਸਿਜ਼, ਇੱਕ ਰੀਅਲਟਰ ਕਿਹੜੀ ਸਰਵਿਸਿਜ਼, ਕੀ ਚੀਜ਼ਾਂ ਦੇ ਵਿੱਚ ਇੱਕ ਘਰ ਲੈਣ ਦੇ ਲਈ ਜਾਂ ਇੱਕ ਘਰ ਵੇਚਣ ਦੇ ਵਿੱਚ ਮਦਦ ਕਰ ਸਕਦਾ ਰੀਅਲਟਰ? ਹਨੀ ਜੀ, ਜਿੱਦਾਂ ਕਿ ਜੇ ਪਹਿਲਾਂ ਮੈਂ ਆਪਣੀ ਗੱਲ ਸ਼ੁਰੂ ਕਰਦੀ ਹਾਂ ਕਿ ਆਪਾਂ ਇੱਕ ਘਰ ਲੈਣਾ ਹੈਗਾ, ਜਿੱਦਾਂ ਕਿ ਆਪਾਂ ਕਹੀਏ ਕਿ ਫਸਟ ਟਾਈਮ ਬਾਇਰ ਹੈਗਾ ਆ ਤੇ ਉਹ ਮਾਰਕੀਟ 'ਚ ਆਏ ਹੈਗੇ ਆ ਤਾਂ ਉਹਨਾਂ ਨੇ ਘਰ ਬਾਏ ਕਰਨਾ ਹੈ ਆਪਣੇ ਲਈ ਜੀ। ਜੇ ਫਸਟ ਟਾਈਮ ਬਾਇਰ ਨੇ ਜਦੋਂ ਆਪਣੀ ਘਰ ਦੀ ਜਿਹੜੀ ਹੰਟਿੰਗ ਕਹਿ ਲਓ ਜਾਂ ਖੋਜ ਕਹਿ ਲਓ ਕਿ ਜਦੋਂ ਸ਼ੁਰੂ ਕਰਨੀ ਆ, ਤੇ ਇੱਕ ਤਰ੍ਹਾਂ ਮੈਂ ਇੱਕ ਸ਼ਾਰਟ ਲਿਸਟ ਵਿੱਚ ਤੁਹਾਨੂੰ ਥੋੜਾ ਜਿਹਾ ਦੱਸੂਗੀ ਕਿ ਆਪਾਂ ਨੂੰ ਕਿਹੜੇ ਪੜਾਅ ਆਉਂਦੇ ਹੈਗੇ ਆ ਸਾਡੇ ਉਹਦੇ ਵਿੱਚ। ਸੋ ਸਭ ਤੋਂ ਪਹਿਲਾਂ ਜਿਹੜਾ ਸਾਡਾ ਪੜਾਅ ਹੁੰਦਾ ਹੈਗਾ ਕਿ ਮਾਰਗੇਜ ਦੀ ਪ੍ਰੀ ਅਪਰੂਵਲ। ਜਦੋਂ ਮੈਂ ਮਾਰਗੇਜ ਦੀ ਪ੍ਰੀ ਅਪਰੂਵਲ ਦੀ ਗੱਲ ਕਰਦੀ ਹਾਂ ਤੇ ਪ੍ਰੀ ਅਪਰੂਵਲ ਉਹ ਨਹੀਂ ਹੈਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਆਨਲਾਈਨ ਤੇ ਗਏ ਤੇ ਐਪ ਤੇ ਜਾਂ ਤੁਸੀਂ ਆਨਲਾਈਨ ਤੇ ਆਪਣੀ ਕੁਆਲਿਟੀ ਵੀ ਆਪਣੀ ਪਾਤੀ ਕਿ ਸੈਲਰੀ ਕਿੰਨੀ ਹੈਗੀ ਆ ਤੇ ਮੇਰੇ ਡੈਬਟਸ ਕਿੰਨੇ ਆ ਤੇ ਉਹਨੇ ਕੰਪਿਊਟਰ ਨੇ ਤੁਹਾਨੂੰ ਦੱਸਦਾ ਕਿ ਤੁਹਾਡੀ ਇੰਨੀ ਰਕਮ ਦੀ ਪ੍ਰੀ ਅਪਰੂਵਲ ਹੁੰਦੀ ਹੈ। ਤੁਸੀਂ ਇੱਕ ਸਰਟੀਫਾਈਡ ਬੰਦੇ ਕੋ ਜਾਓ, ਜਿਹੜਾ ਮਾਰਗੇਜ ਬ੍ਰੋਕਰ ਚਾਹੇ ਮਾਰਗੇਜ ਸਪੈਸ਼ਲਿਸਟ ਜਿੰਨਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆ, ਤੁਸੀਂ ਉਹਦੇ ਕੋਲੋਂ ਆਪਣਾ ਕ੍ਰੈਡਿਟ ਚੈੱਕ ਕਰਕੇ, ਆਪਣੀ ਇਨਕਮ ਚੈੱਕ ਕਰਵਾ ਕੇ ਉੱਥੋਂ ਆਪਣੀ ਮਾਰਗੇਜ ਦੀ ਅਪਰੂਵਲ ਲਓ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੇਰਾ ਬਜਟ ਜਿਹੜਾ ਹੈਗਾ ਆ ਉਹ ਇੰਨਾ ਹੈਗਾ ਕਿ 400,000 ਆ ਜਾਂ 500,000 ਆ। ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਤੁਹਾਡਾ ਆਉਂਦਾ ਕਿ ਤੁਸੀਂ ਆਪਣੇ ਇੱਕ ਰੀਅਲਟਰ ਲਈ ਆਪਣੇ ਲਈ ਖੋਜ ਕਰਨੀ ਕਿ ਤੁਸੀਂ ਕਿਹੜੇ ਰੀਅਲਟਰ ਨਾਲ ਕੰਮ ਕਰਨਾ ਚਾਹੁੰਦੇ ਹੈਗੇ ਆ, ਕਿ ਤੁਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਦੱਸ ਸਕੋ ਕਿ ਯਸ ਕਿ ਮੈਂ ਇੰਨੀ ਪ੍ਰਾਈਸ ਦਾ ਘਰ ਲੈਣਾ ਹੈਗਾ, ਇਸ ਏਰੀਆ ਵਿੱਚ ਲੈਣਾ ਹੈਗਾ, ਕਿਸ ਤਰ੍ਹਾਂ ਦਾ ਲੈਣਾ ਹੈਗਾ, ਕਿ ਤੁਹਾਡਾ ਜਿਹੜਾ ਰੀਅਲਟਰ ਹੈ ਤੁਹਾਡੀਆਂ ਨੀਡਸ ਨੂੰ ਸਮਝ ਸਕੇ ਕਿ ਤੁਸੀਂ ਕੀ ਚਾਹੁੰਦੇ ਹੈਗੇ ਆ। ਤੁਹਾਡਾ ਵੀ ਟਾਈਮ ਨਾ ਵੇਸਟ ਹੋਊਗਾ, ਨਾ ਤਾਂ ਤੁਹਾਡੇ ਰੀਅਲਟਰ ਦਾ ਟਾਈਮ ਵੇਸਟ ਹੋਊਗਾ। ਵੀ ਤੁਹਾਨੂੰ ਤੁਹਾਡੇ ਬੱਚੇ ਛੋਟੇ ਆ, ਤੁਹਾਨੂੰ ਬੱਸ ਕੋਲ ਚਾਹੀਦੀ ਆ, ਤੁਹਾਨੂੰ ਸਕੂਲ ਲਾਗੇ ਚਾਹੀਦੀ ਆ, ਤੁਹਾਨੂੰ ਸ਼ਾਪਿੰਗ ਲਾਗੇ ਚਾਹੀਦੀ ਆ, ਤੁਸੀਂ ਇੱਕ ਚੀਜ਼ ਉਹਨੂੰ ਪੂਰੀ ਐਕਸਪਲੇਨ ਕਰੋ ਕਿ ਉਹ ਵੀ ਤੁਹਾਨੂੰ ਪੂਰਾ ਅੰਡਰਸਟੈਂਡ ਕਰਕੇ ਤੁਹਾਨੂੰ ਦੱਸ ਸਕੇ ਕਿ ਤੁਹਾਡੇ ਅਕੋਰਡਿੰਗਲੀ ਕਿਹੜੇ ਏਰੀਆ ਗੁੱਡ ਹੈਗੇ ਤੇ ਉਹਦੇ ਵਿੱਚੋਂ ਜਿਹੜਾ ਤੁਸੀਂ ਲਾਈਕ ਕਰਦੇ ਆ ਤੁਸੀਂ ਉਹਨੂੰ ਪਿਕ ਕਰ ਸਕੋ ਜੀ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਘਰ ਦੇਖਦੇ ਹੈਗੇ ਆ ਤੇ ਤੁਸੀਂ ਘਰ ਚੈੱਕ ਕਰਕੇ ਤੁਸੀਂ ਇੱਕ ਘਰ ਫਾਈਂਡ ਕਰ ਲੈਣੇ ਹੈਗੇ ਆ, ਰਾਈਟ ਜੀ। ਤੁਸੀਂ ਉਹਦੇ ਉੱਪਰ ਆਫਰ ਰਾਈਟ ਕਰਦੇ ਹੈਗੇ ਆ ਤੇ ਆਫਰ ਰਾਈਟ ਕਰਨ ਤੋਂ ਬਾਅਦ ਜਿਹੜਾ ਹੈਗਾ ਆ ਵੀ ਆਪਣਾ ਕੰਮ ਖਤਮ ਨਹੀਂ ਹੁੰਦਾ ਹੈਗਾ ਤੇ ਮਾਰਗੇਜ ਵਾਲਾ ਆਪਣਾ ਕੰਮ ਸ਼ੁਰੂ ਕਰ ਲੈਂਦਾ ਮਾਰਗੇਜ ਕਰਨ ਦਾ। ਤੇ ਤੁਸੀਂ ਇੱਕ ਇੰਸਪੈਕਟਰ ਕੋਲੋਂ ਆਪਣੇ ਘਰ ਦੀ ਇੰਸਪੈਕਸ਼ਨ ਕਰਵਾਉਂਦੇ ਆ ਤੇ ਇੱਕ ਚੰਗੇ ਰੀਅਲਟਰ ਦੇ ਲਈ ਤੁਹਾਡੇ ਲਈ ਇੱਕ ਜ਼ਿੰਮੇਵਾਰੀ ਦੀ ਗੱਲ ਬਣਦੀ ਆ ਕਿ ਉਹ ਤੁਹਾਨੂੰ ਇੰਸਪੈਕਸ਼ਨ ਤੋਂ ਪਹਿਲਾਂ ਹੀ ਚੈੱਕ ਕਰਕੇ ਦੱਸੇ ਕਿ ਇੱਥੇ ਦੀਆਂ ਵਿੰਡੋਜ਼ ਘਰ ਦੀਆਂ ਕਿੱਦਾਂ ਦੀਆਂ, ਸ਼ਿੰਗਲ ਕਿੱਦਾਂ ਦੀ ਹੈਗੀ ਆ, ਰਾਈਟ, ਇਹਨਾਂ ਦੇ ਆਸੇ ਪਾਸੇ ਜਿਹੜੇ ਹੈਗੀ ਆ ਗ੍ਰੇਡਿੰਗ ਕਿੱਦਾਂ ਦੀ ਹੈਗੀ ਆ ਘਰ ਦੀ, ਫਾਇਰਪਲੇਸ ਕਿੱਦਾਂ ਦੀ ਆ, ਫਰਨੈਸ ਕਿੱਦਾਂ ਦੀ ਆ, ਹੌਟ ਵਾਟਰ ਟੈਂਕ ਕਿੱਦਾਂ ਦਾ ਹੈ, ਉਹਨਾਂ ਦੀ ਕਿੰਨੀ ਲਾਈਫ ਰਹਿੰਦੀ ਹੈਗੀ ਆ, ਕੋਈ ਮੋਲਡ ਦੀ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ ਘਰ ਦੇ ਵਿੱਚ, ਜਾਂ ਕੋਈ ਤੁਹਾਨੂੰ ਕਿਤੇ ਸੈਗਿੰਗ ਹੁੰਦੀ ਹੋਵੇ ਜਾਂ ਕੋਈ ਬੈਡ ਸਮੈਲ ਆਉਂਦੀ ਹੋਵੇ। ਤੁਹਾਡਾ ਰੀਅਲਟਰ ਤੁਹਾਡੀ ਇੰਸਪੈਕਸ਼ਨ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇਨਫੋਰਮੇਸ਼ਨ ਦੇ ਸਕੇ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਇੱਕ ਰੀਅਲਟਰ ਦੀ ਇੱਕ ਤੁਸੀਂ ਕਹੋ ਸਰਵਿਸਿਜ਼ ਵੀ ਹੁੰਦੀਆਂ ਨੇ, ਜ਼ਿੰਮੇਵਾਰੀ ਵੀ ਹੁੰਦੀ ਹੈ, ਰਿਸਪੌਂਸਿਬਿਲਟੀ ਜਿਹਨੂੰ ਕਹਿ ਦਿੰਦੇ ਆ, ਇਸ ਤਰ੍ਹਾਂ ਹੁੰਦੀਆਂ ਨੇ। ਇਸ ਕਰਕੇ ਦੋਸਤੋ, ਰੀਅਲਟਰ ਦੀ ਜਿਹੜੀ ਹੈਗੀ ਹੈ ਇੱਕ ਜਿਹੜੀ ਸਰਵਿਸਿਜ਼ ਜਾਂ ਇੱਕ ਜਿਹੜੀ ਉਹਨਾਂ ਦੀ ਨਾਲ ਜੁੜ ਕੇ ਤੁਸੀਂ ਜਿਹੜੀਆਂ ਉਹਨਾਂ ਤੋਂ ਮਦਦ ਲੈ ਸਕਦੇ ਹੋ। ਰੀਅਲਟਰ ਦੀ ਸਾਨੂੰ ਜ਼ਰੂਰਤ ਇਸੇ ਲਈ ਪੈਂਦੀ ਹੈ ਕਿ ਸਾਨੂੰ ਇੱਕ ਘਰ ਲੈਣ ਦੇ ਨਾਲ ਸਾਨੂੰ ਉਹ ਗਾਈਡ ਵੀ ਕਰ ਸਕਦੇ ਨੇ ਵੀ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਇੱਕ ਘਰ ਲੈਣ ਦੇ ਲਈ।
ਤਾਂ ਅਗਲਾ ਸਵਾਲ ਮੈਂ ਜ਼ਰੂਰ ਲਵਾਂਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਸਾਡੇ ਇਹਨਾਂ ਸ਼ੋਜ਼ ਨੂੰ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਦੇ ਉੱਤੇ ਦੇਖ ਸਕਦੇ ਹੋ। ਦੋਸਤੋ, ਸਾਡਾ YouTube ਚੈਨਲ ਦਾ ਨਾਮ ਹੈਗਾ ਹਨੀ ਵਾਲੀਆ ਸ਼ੋਜ਼। ਉਹਦੇ ਵਿੱਚ ਸਾਡਾ ਜਿਹੜਾ ਸ਼ੋਅ ਦਾ ਨਾਮ ਹੈ, ਜਿਹੜਾ ਪ੍ਰਾਪਰਟੀ ਨੂੰ ਲੈ ਕੇ ਹੈਗਾ, ਰੀਅਲ ਐਸਟੇਟ ਗੁਰੂ ਦੇ ਨਾਮ ਤੇ ਸਾਡਾ ਸ਼ੋਅ ਹੈ। ਉਹਦੇ ਵਿੱਚ ਤੁਸੀਂ ਸਾਡੇ ਵੱਖਰੇ ਵੱਖਰੇ ਐਕਸਪਰਟ ਆਉਂਦੇ ਨੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੋਸ਼ਿਸ਼ ਕਰਾਂਗੇ ਕਿ ਲਾਈਵ ਹੋ ਕੇ ਤੁਹਾਡੇ ਨਾਲ ਅਸੀਂ ਜਿਹੜੇ ਸਵਾਲਾਂ ਦੇ ਤੁਹਾਡੇ ਜਵਾਬ ਦਿੰਦੇ ਜਾਈਏ। ਇਸੇ ਲਈ ਸਾਨੂੰ ਹੁਣ ਤੁਹਾਡੀ ਜ਼ਰੂਰਤ ਹੈਗੀ ਹੈ ਕਿ ਤੁਸੀਂ ਸਾਨੂੰ ਜਿਹੜਾ ਵੱਧ ਤੋਂ ਵੱਧ ਆਪਣੇ ਸਵਾਲ ਭੇਜੋ। ਉਹਨਾਂ ਸਵਾਲਾਂ ਨੂੰ, ਤੁਹਾਡੇ ਮਨ ਦੇ ਵਿੱਚ ਤੁਸੀਂ ਘਰ ਲੈਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਏਰੀਆ ਨੂੰ ਲੈ ਕੇ, ਕਿਹੜੀ ਜਗ੍ਹਾ ਘਰ ਲਈਏ, ਕਿਸ ਤਰ੍ਹਾਂ ਦਾ ਘਰ ਲਈਏ, ਕਿੱਦਾਂ ਦੀ ਕਮਿਊਨਿਟੀ ਦੇ ਵਿੱਚ ਲੈਣਾ ਚਾਹੀਦਾ, ਕਿਹੜੇ ਪ੍ਰਾਈਸ ਦੇ ਉੱਤੇ ਤੁਹਾਨੂੰ ਘਰ ਚਾਹੀਦਾ, ਕਿਸ ਤਰ੍ਹਾਂ ਮੈਂ ਇੱਕ ਵਧੀਆ ਘਰ ਦਾ ਸਿਲੈਕਸ਼ਨ ਕਰ ਸਕਦਾ। ਮਤਲਬ ਕਿ ਹਰ ਇੱਕ ਤਰ੍ਹਾਂ ਦੀ ਤੁਹਾਡੀ ਜਿਹੜੇ ਸਵਾਲ ਹੈਗੇ ਨੇ ਉਹ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਜ਼ਰੂਰ ਦਿੱਤੇ ਜਾਣਗੇ। ਰੀਤੂ ਬੱਗਾ ਜੀ ਸਾਡੇ ਨਾਲ ਹਮੇਸ਼ਾ ਟਾਈਮ ਟੂ ਟਾਈਮ ਜੁੜਦੇ ਰਹਿਣਗੇ, ਜਿਹੜੇ ਇੱਕ ਰੀਅਲਟਰ ਨੇ, ਇੱਕ ਰਿਨੋਨਡ ਰੀਅਲਟਰ ਨੇ। ਇਹਨਾਂ ਦਾ ਮਾਰਕੀਟ ਦੇ ਵਿੱਚ ਕਾਫੀ ਜਿਹੜੇ ਲੋਕਾਂ ਨੂੰ ਜਿਹੜੀ ਹੈਗੀ ਬਹੁਤ ਵਧੀਆ ਸਰਵਿਸਿਜ਼ ਦੇ ਚੁੱਕੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਿ ਇਹਨਾਂ ਦੇ ਤੁਸੀਂ ਕਹਿ ਲਓ ਕਲਾਇੰਟਸ ਵੀ ਨੇ, ਉਹ ਜਿਨ੍ਹਾਂ ਨੂੰ ਇਹਨਾਂ ਨੇ ਸਰਵਿਸ ਪ੍ਰੋਵਾਈਡ ਕੀਤੀ ਆ, ਉਹਨਾਂ ਨੂੰ ਵੀ ਇਸ ਪਲੇਟਫਾਰਮ ਦੇ ਲਿਆ ਕੇ ਉਹ ਜਿਹੜਾ ਹੈਗਾ ਦਾ ਇੱਕ ਇਹਨਾਂ ਦੀ ਸਰਵਿਸਿਜ਼ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ। ਤਾਂ ਮੈਮ, ਜਦੋਂ ਇੱਕ ਘਰ ਲੈਣਾ, ਆਪਾਂ ਜਿਹੜੀ ਤੁਸੀਂ ਗੱਲ ਕਰ ਰਹੇ, ਜਿਵੇਂ ਇੱਕ ਐਂਡ ਯੂਜ਼ਰ ਜਿਹਨੇ ਇੱਕ ਪਹਿਲਾ ਘਰ ਲੈਣਾ ਹੁੰਦਾ, ਉਹ ਘਰੋਂ ਚੱਲਦਾ ਹੈ, ਤੇ ਕਈ ਦਫਾ ਗੱਲ ਇਹ ਹੁੰਦੀ ਹੈ ਵੀ ਕਈ ਅਸੀਂ ਮਾਰਕੀਟ ਜਾਂਦੇ ਆ ਤੇ ਸੋਚਦੇ ਨਹੀਂ, ਉੱਥੇ ਜਾ ਕੇ ਸੋਚਦੇ ਵੀ ਯਾਰ ਆਹ ਚੀਜ਼ ਲੈਣੀ ਹੈ, ਲੇਕਿਨ ਜਦੋਂ ਘਰ ਲੈਣਾ ਹੁੰਦਾ ਬਹੁਤ ਵੱਡੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ। ਘਰ ਲੈਣ ਦੇ ਲਈ ਕੁਝ ਜਿਵੇਂ ਸੋਚ, ਵੀ ਕਿਹੜੀ ਸੋਚ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਹੁੰਦੀ। ਕੁਝ ਕੁਐਸਚਨਸ ਹੁੰਦੇ ਨੇ ਜਿਹੜੇ ਕਿ ਇੱਕ ਕਲਾਇੰਟ ਹੈਗਾ ਉਹਦੇ ਦਿਮਾਗ ਦੇ ਵਿੱਚ ਹੋਣੇ ਜ਼ਰੂਰੀ ਨੇ। ਜਦੋਂ ਇੱਕ ਤੁਹਾਡੇ ਕੋਲ ਹੀ ਆਉਂਦਾ, ਜਿਹਨੇ ਕਿਸੇ ਨੇ ਪਹਿਲੀ ਦਫਾ ਘਰ ਲੈਣਾ, ਉਹ ਤਾਂ ਆ ਕੇ ਦੇਖਦਾ ਵੀ ਇਹਦੀਆਂ ਕੰਧਾਂ ਬਹੁਤ ਸੋਹਣੀਆਂ ਨੇ, ਲੇਕਿਨ ਉਹਦੇ ਦਿਲ ਦੇ ਵਿੱਚ ਪਹਿਲਾਂ ਹੀ ਕੁਝ ਉਹ ਸਵਾਲ ਤਿਆਰ ਕਰਕੇ ਆਵੇ, ਕਿੱਦਾਂ ਦੇ ਉਹਦੇ ਕੋਲੇ ਪੁਆਇੰਟਸ ਹੋਣੇ ਚਾਹੀਦੇ ਨੇ ਘਰੋਂ ਨਿਕਲਦੇ ਹੋਏ ਆਪਣਾ ਘਰ ਲੈਣ ਦੇ ਲਈ। ਜਦੋਂ ਤੁਸੀਂ ਘਰ ਲੈਣ ਜਾਂਦੇ ਆ ਨਾ, ਤਾਂ ਮੋਸਟਲੀ ਅੱਜਕੱਲ ਮੈਂ ਕਹੂੰਗੀ ਕਿ ਸਾਡੀ ਮਾਰਕੀਟ ਕਾਫੀ ਚੇਂਜ ਹੋ ਗਈ ਹੈ ਐਂਡ ਕਾਫੀ ਐਜੂਕੇਟਡ ਹੋ ਗਿਆ ਪੀਪਲ। ਤੇ ਜਦੋਂ ਜੇ ਮੈਂ ਕੰਪੇਅਰ ਕਰਾਂ 2006 ਦੀ ਮਾਰਕੀਟ ਦੇ ਨਾਲ, ਮੈਂ ਕੰਪੇਅਰ ਕਰਦੀ ਹਾਂ ਅੱਜਕੱਲ ਦੀ ਮਾਰਕੀਟ ਨੂੰ ਕੰਪੇਅਰ ਕਰਾਂ, 2006 ਦੇ ਵਿੱਚ ਜਿਹੜੇ ਸਾਡਾ ਕਲਾਇੰਟਲ ਆਉਂਦਾ ਸੀ, ਉਹਨਾਂ ਦੀ ਸੋਚ, ਉਹਨਾਂ ਦਾ ਦੇਖਣ ਦਾ ਨਜ਼ਰੀਆ ਟੋਟਲੀ ਡਿਫਰੈਂਟ ਸੀ ਜਿਵੇਂ ਅੱਜ ਦੇ ਲੋਕਾਂ ਦਾ ਦੇਖਦੀ ਹੈਗੀ ਆ। ਪੀਪਲ ਰੀਅਲੀ ਨਾਈਸ ਹੈਗੇ ਆ, ਵੈਰੀ ਅਵੇਅਰ ਹੈਗੇ ਆ, ਐਜੂਕੇਟਡ ਆ। ਹਾਂ, ਜਦੋਂ ਕੋਈ ਘਰ ਦੇਖਣ ਨਿਕਲਦਾ ਹੈਗਾ, ਉਹਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਜਦੋਂ ਘਰ ਲੈ ਰਹੇ ਹੈਗੇ, ਜਦੋਂ ਆਫਰ ਪਾ ਰਹੇ ਹੈਗੇ ਆ, ਤੇ ਤੁਹਾਡੀ ਇੱਕ ਰੀਅਲਟਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਉਹ ਦੇਖ ਸਕੇ ਕਿ ਜੇ ਘਰ ਦੀ ਜਿਹੜੀ ਹੈਗੀ ਆ ਕੰਪੇਅਰ ਕਰ ਸਕੇ ਬਾਕੀ ਘਰਾਂ ਦੇ ਨਾਲ, ਕਿ ਐਕਟਿਵ ਪ੍ਰਾਈਸ ਤੇ ਸੋਲਡ ਹਿਸਟਰੀ ਜਿਹੜੀ ਆ, ਬਾਕੀ ਘਰ ਜਿਹੜੇ ਉਹ ਸੀਰੀਅਲ 'ਚ ਵਿਕੇ ਆ, ਤੇ ਜਿੰਨੀ ਪ੍ਰਾਈਸ ਦਾ ਤੁਸੀਂ ਘਰ ਲੈ ਰਹੇ ਆ ਕਿ ਉਹਦੀ ਵੈਲਿਊ ਇਸ ਘਰ ਦੀ ਉਨੀ ਹੈਗੀ ਆ ਕਿ ਨਹੀਂ ਹੈਗੀ। ਇਹ ਇੱਕ ਰੀਅਲਟਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ। ਰਾਈਟ, ਬਿਲਕੁਲ। ਤੇ ਇਸ ਦੇ ਨਾਲ ਹੀ ਜਿਹੜਾ ਇੱਕ ਘਰ ਲੈਣ ਦੇ ਲਈ ਆਇਆ, ਉਹਦੀਆਂ ਹੋਰ ਕੀ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਕਿੱਦਾਂ ਦੇ ਸਵਾਲ ਪੁੱਛਦੇ ਨੇ? ਉਹਨਾਂ ਕੋਲ ਬਹੁਤ ਪ੍ਰਪੇਅਰ ਹੋਣਾ ਚਾਹੀਦਾ ਜਿਹੜਾ ਉਹਨਾਂ ਕੋਲ ਬਹੁਤ ਤਰ੍ਹਾਂ ਦੇ ਕੁਐਸਚਨ ਹੁੰਦੇ ਹੈਗੇ ਜਦੋਂ ਬੰਦਾ ਘਰ ਦੇਖਣ ਆਉਂਦਾ ਹੈਗਾ ਆ। ਪਹਿਲਾਂ ਤਾਂ ਉਹਨਾਂ ਨੂੰ ਇਹ ਹੁੰਦਾ ਆ ਕਿ ਯਸ, ਘਰ ਠੀਕ ਆ, ਘਰ ਵਿੱਚ ਕੋਈ ਖਰਾਬੀ ਤਾਂ ਨਹੀਂ ਹੈਗੀ ਇਹਦੇ ਵਿੱਚ, ਇਹ ਕਾਹਤੇ ਘਰ ਵੇਚਦੇ ਪਏ ਹੈਗੇ ਆ, ਇਹ ਇੰਨੇ ਦਿਨ ਮਾਰਕੀਟ 'ਚ ਲੱਗਾ, ਵਿਕਿਆ ਕਿਉਂ ਨਹੀਂ ਹੈਗਾ ਘਰ, ਇਹਦੇ ਘਰ ਦੇ ਆਲੇ ਦੁਆਲੇ ਕਿੱਦਾਂ ਹੈਗਾ ਆ, ਮਾਹੌਲ ਕਿੱਦਾਂ ਦਾ, ਕਿੱਦਾਂ ਦੀ ਸੁਸਾਇਟੀ ਰਹਿੰਦੀ ਹੈ, ਕਿੱਦਾਂ ਦੀ ਪੋਪੂਲੇਸ਼ਨ ਹੈ, ਕਮਿਊਨਿਟੀ ਕਿੱਦਾਂ ਦੀ ਹੈ, ਸਕੂਲ ਹੈਗਾ ਇੱਥੇ ਕੋਈ ਲਾਗੇ, ਬੱਸ ਚੱਲਦੀ ਹੈਗੀ ਹੈ ਇੱਥੇ। ਸੋ ਇਹਨਾਂ ਸਾਰਿਆਂ ਦੇ ਇਹਨਾਂ ਨੂੰ ਕੁਐਸਚਨ ਹੁੰਦੇ ਆ ਕਿ ਸਿਟੀ ਦੀ ਅਸੈਸਮੈਂਟ ਵੈਲਿਊ ਕਿੰਨੀ ਹੈਗੀ ਆ, ਜੇ ਇਹਦੀ ਮੈਂ ਘਰ ਲਵਾਂਗਾ ਮੈਨੂੰ ਕਿੱਥੇ ਤੱਕ ਮਿਲੂਗਾ ਇਹ ਘਰ, ਇਹਨਾਂ ਨੇ ਅਪਗ੍ਰੇਡਿੰਗ ਕੀ ਕੀਤੇ ਹੈਗੇ ਆ, ਰੀਸੈਂਟ ਕੋਈ ਰੈਨੋਵੇਸ਼ਨ ਹੋਈ ਹੈ, ਘਰ ਵਿੱਚ ਕੋਈ ਫਲੱਡਿੰਗ ਵਗੈਰਾ ਤਾਂ ਨਹੀਂ ਹੋਈ ਹੈਗੀ ਇਹਦੇ ਵਿੱਚ, ਜਾਂ ਕੋਈ ਪੈਟਸ ਦੀ ਪ੍ਰੋਬਲਮ ਤਾਂ ਨਹੀਂ ਹੈਗੀ। ਸੋ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਕੁਐਸਚਨ ਹੁੰਦੇ ਆ, ਕਿਉਂਕਿ ਇਹ ਕੋਈ ਟੀ-ਸ਼ਰਟ ਜਾਂ ਆਪਾਂ ਡਰੈਸ ਨਹੀਂ ਹੈਗੀ ਕਿ ਜਿਹੜੀ ਬਾਏ ਕਰਨ ਆਉਂਦੇ ਹੈਗੇ, ਇੱਕ ਬਹੁਤ ਵੱਡੀ ਵੈਲਿਊ ਹੁੰਦੀ ਜਿਹੜੇ ਉਹ ਆਪਣੀ ਜੀਵਨ ਦੀ ਉੱਤੇ ਸਪੈਂਡ ਕਰ ਰਹੇ ਹੈਗੇ, ਕਿ ਜਿਹੜਾ ਆਪਣੇ ਲਈ ਘਰ ਲੈ ਰਹੇ ਹੈਗੇ ਆ, ਤੇ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਉਹ ਆਪਣੀ ਮਨੀ ਕਿਤੇ ਫਸਾ ਤਾਂ ਨਹੀਂ ਰਹੇ ਹੈਗੇ ਜੇ ਉਹ ਬੈਡ ਕੋਈ ਘਰ ਲੈ ਲੈਣ ਤਾਂ। ਜੀ ਬਿਲਕੁਲ। ਇਹਦੇ ਨਾਲ ਪਿਛਲੇ ਐਪੀਸੋਡਸ ਦੇ ਵਿੱਚ ਮੇਰੇ ਕੋਲੇ ਕੁਝ ਸਵਾਲ ਸੀਗੇ ਕਿ ਅਸੀਂ ਜਿੱਦਾਂ ਪੁੱਛਿਆ ਸੀਗਾ ਕਿ ਕਿਸੇ ਨੇ ਘਰ ਲੈਣਾ ਹੁੰਦਾ, ਉਹ 5-6 ਰੀਅਲਟਰਸ ਦੇ ਨਾਲ ਡਿਸਕਸ ਕਰਦੇ ਨੇ ਜੀ। ਉਹਨਾਂ ਨੇ ਤੁਹਾਨੂੰ ਵੀ ਕਹਿ ਦੇਣਾ, ਉਹਨਾਂ ਨੇ 4 ਬੰਦਿਆਂ ਨੂੰ ਹੋਰ ਕਹਿ ਦੇਣਾ ਵੀ ਜੀ ਵੀ ਅਸੀਂ ਘਰ ਲੈਣਾ ਚਾਹੁੰਦੇ ਨੇ। ਤਾਂ ਇਹਦੇ ਵਿੱਚ ਕੋਈ ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਇਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ, ਜਾਂ ਕਈ ਦਫਾ ਉਹ ਤੁਹਾਡੇ ਤੋਂ ਵੀ ਘਰ ਦੇਖ ਰਹੇ ਨੇ, ਉਹ 4 ਬੰਦਿਆਂ ਕੋਲੋਂ ਹੋਰੋਂ ਵੀ ਦੇਖ ਰਹੇ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਉਹ ਕਨਫਿਊਜ਼ ਹੁੰਦੇ ਨੇ ਕਿ ਉਹਦੇ ਵਿੱਚ ਉਹ ਆਪਣਾ ਹੀ ਨੁਕਸਾਨ ਕਰਦੇ ਨੇ ਇਹਦੇ ਵਿੱਚ? ਹਨੀ ਜੀ, ਬਹੁਤ ਗੁੱਡ ਕੁਐਸਚਨ ਤੁਸੀਂ ਪਿਕ ਕੀਤਾ ਹੈਗਾ। ਇਹ ਸਾਡੇ ਨਾਲ ਨਾਰਮਲ ਹੁੰਦਾ ਹੈਗਾ ਆ ਕਿ ਜਦੋਂ ਕਈ ਕਲਾਇੰਟਸ ਆਉਂਦੇ ਆ, ਉਹ ਸੇਮ ਘਰ ਡਿਫਰੈਂਟ 3-4 ਰੀਅਲਟਰਸ ਦੇ ਨਾਲ ਦੇਖਦੇ ਹੈਗੇ ਆ, ਕਿਉਂਕਿ ਗੱਲ ਕੀ ਹੈ ਕਿ ਰੀਅਲਟਰਸ ਨੇ ਤਾਂ ਘਰ ਐਵਰੀ ਡੇ ਵੇਚਣੇ ਆ, ਤਾਂ ਮੋਸਟਲੀ ਸਾਰੇ
ਕਲਾਇੰਟ ਇੱਕ ਦੂਜੇ ਨੂੰ ਜਾਣਦੇ ਹੁੰਦੇ ਹੈਗੇ ਆ ਜੀ ਤੇ ਕਿਤੇ ਨਾ ਕਿਤੇ ਡਿਸਕਲੋਜ਼ ਹੋ ਹੀ ਜਾਂਦਾ ਕਿ ਇਹ ਕਲਾਇੰਟ ਜਿਹੜਾ ਅੱਜ ਮੇਰੇ ਨਾਲ ਦੇਖਣ ਗਿਆ, ਕੱਲ ਦੂਸਰੇ ਨਾਲ ਦੇਖਣ ਗਿਆ, ਕੱਲ ਤੀਸਰੇ ਨਾਲ। ਉਹਨਾਂ ਦੀ ਐਸੋਸੀਏਸ਼ਨ ਤਾਂ ਹੁੰਦੀ ਹੈ ਜੀ, ਵੀ ਪਤਾ ਹੁੰਦਾ ਪਤਾ ਲੱਗ ਜਾਂਦਾ Right. ਹੈਗਾ ਵੀ ਇਹ ਕਲਾਇੰਟ ਡਿਫਰੈਂਟ ਕਰ ਰਿਹਾ। ਉਹਦੇ ਵਿੱਚ ਪਹਿਲੀ ਗੱਲ ਸਭ ਤੋਂ ਵੱਡੀ ਜਿਹੜੇ ਨੁਕਸਾਨ ਜੋ ਇੱਕ ਬਾਇਰ ਦਾ ਮੈਂ ਕਹਿ ਸਕਦੀ ਕਿ ਹੁੰਦਾ ਆ ਕਿ ਕੋਈ ਵੀ ਰੀਅਲਟਰ ਉਹਦੇ ਨਾਲ ਫਿਰ ਸੀਰੀਅਸਲੀ ਕੰਮ ਨਹੀਂ ਕਰਦਾ, ਕਿਉਂਕਿ ਉਹਨੂੰ ਇਹ ਪਤਾ ਕਿ ਇਹ ਮੇਰੇ ਨਾਲ ਸੀਰੀਅਸ ਜਾਂ ਓਨੈਸਟ ਨਹੀਂ ਹੈਗਾ ਕਲਾਇੰਟ ਕਿ ਮੇਰੇ ਨਾਲ ਰਹਿ ਕੇ ਕੰਮ ਕਰੂਗਾ। ਜੇ ਅੱਜ ਮੇਰੇ ਨਾਲ ਦੇਖਣ ਆਇਆ ਹੈਗਾ ਤਾਂ ਕੱਲ ਇਹਨੇ ਕਿਸੇ ਹੋਰ ਦੇ ਨਾਲ ਚੱਲ ਜਾਣਾ, ਤੇ ਜਿਹੜਾ ਬੀ ਰੀਅਲਟਰ ਹੈ ਉਹਨੂੰ ਇਹ ਵੀ ਪਤਾ ਕਿ ਇਹਨੇ ਕੱਲ ਕਿਸੇ ਸੀ ਰੀਅਲਟਰ ਦੇ ਨਾਲ ਚੱਲ ਜਾਣਾ ਹੈਗਾ। ਜਦੋਂ ਤੁਸੀਂ ਕਿਸੇ ਦੇ ਨਾਲ ਵੀ ਓਨੈਸਟ ਨਹੀਂ ਹੁੰਦੇ ਕਿ ਤੁਸੀਂ ਸਾਰੇ ਨਾਲ ਘੁੰਮ ਕੇ ਦੇਖਦੇ ਹੈਗੇ ਆ, ਤੇ ਰੀਅਲਟਰ ਵੀ ਕਹਿੰਦੇ ਕਿ ਮੈਂ ਆਪਣਾ ਟਾਈਮ ਵੇਸਟ ਕਿਉਂ ਕਰਾਂ, ਕਿ ਜੇ ਮੈਂ ਇਹਨੂੰ ਪੂਰਾ ਐਕਸਪਲੇਨ ਕਰ ਰਿਹਾ ਹੈਗਾ, ਪੂਰਾ ਆਪਣਾ ਟਾਈਮ ਲਾ ਰਿਹਾ ਹੈਗਾ, ਘਰ ਲੱਭ ਕੇ ਦਿਖਾ ਰਿਹਾ ਹੈਗਾ, ਇਹਨੂੰ ਘਰੋਂ ਪਿਕ ਕਰਕੇ ਦਿਖਾ ਕੇ ਲੈ ਕੇ ਜਾਣਾ ਹੈਗਾ ਆ, ਘਰ ਦੀ ਪ੍ਰੋਪਰ ਸੀਐਮਏ ਕਰਕੇ ਮੈਂ ਦੱਸਦਾ ਹੈਗਾ ਆ, ਫਿਰ ਵੀ ਮੈਨੂੰ ਪਤਾ ਨਹੀਂ ਹੈਗਾ ਕਿ ਇਹਨਾਂ ਨੇ ਮੇਰੇ ਨਾਲ ਓਨੈਸਟ ਰਹਿਣਾ ਹੈ ਕਿ ਨਹੀਂ ਰਹਿਣਾ ਹੈਗਾ। ਤੇ ਉਹਦੇ ਨਾਲ ਕੀ ਹੁੰਦਾ ਕਿ ਰੀਅਲਟਰਸ ਜਿਹੜੇ ਵੀ ਆ ਉਹ ਵੀ ਕਹਿੰਦੇ ਕਿ ਤੋਂ ਬੈਟਰ ਅਸੀਂ ਉਸ ਕਲਾਇੰਟ ਨਾਲ ਕੰਮ ਕਰ ਲਈਏ ਕਿ ਜਿਹੜਾ ਮੇਰੇ ਨਾਲ ਜਿਹੜਾ ਜ਼ਿਆਦਾ ਸੀਰੀਅਸ ਹੈ। ਰਾਈਟ ਇਹ ਚੀਜ਼ਾਂ ਦੋਸਤੋ, ਕਿਉਂਕਿ ਅਸੀਂ ਜ਼ਰੂਰ ਕਰ ਲੈਣਾ ਹੁੰਦਾ। ਅਸੀਂ ਅਗਰ ਰੀਅਲਟਰ ਤੋਂ ਹੈਲਪ ਲੈਂਦੇ ਆ ਤਾਂ ਸਾਡੇ ਲਈ ਕੋਈ ਨੁਕਸਾਨ ਨਹੀਂ ਹੁੰਦਾ, ਸਾਨੂੰ ਸਾਡੇ ਲਈ ਫਾਇਦਾ ਹੀ ਹੁੰਦਾ ਕਿ ਸਾਨੂੰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਉਹ ਰੋਜ਼ਾਨਾ ਹਰ ਇੱਕ ਦਿਨ ਦੇ ਵਿੱਚ ਸਾਡੇ ਵਰਗੇ ਜਿਹੜੇ ਹੈਗੇ ਨੇ 8 ਤੋਂ 10 ਕਲਾਇੰਟਸ ਨੂੰ ਡੀਲ ਕਰਦੇ ਆ, 4 ਤੋਂ 5 ਕਲਾਇੰਟਸ ਨੂੰ ਡੀਲ ਕਰਦੇ ਨੇ। ਉਹਨਾਂ ਨੂੰ ਅਸੀਂ ਅਗਰ ਇੱਕ ਆਪਣੀ ਜ਼ਰੂਰਤ ਦੱਸ ਦਈਏ ਵੀ ਸਾਨੂੰ ਇਸ ਤਰ੍ਹਾਂ ਦੀ ਜ਼ਰੂਰਤ ਦਾ ਘਰ ਚਾਹੀਦਾ, ਸਾਡੀਆਂ ਇਹ ਕੰਡੀਸ਼ਨਸ ਨੇ, ਉਹ ਸਗੇ ਘਰੇ ਬੈਠ ਕੇ ਵਰਕਆਊਟ ਕਰਕੇ ਤੁਹਾਨੂੰ ਸਿਲੈਕਟ ਕਰਕੇ ਤੁਹਾਨੂੰ ਸਿਲੈਕਟਡ ਪ੍ਰੋਪਰਟੀਜ਼ ਦਿਖਾਉਂਦੇ ਨੇ। ਇਹਦੇ ਵਿੱਚ ਸਾਡਾ ਹੀ ਫਾਇਦਾ ਹੁੰਦਾ। ਇੱਕ ਤਾਂ ਸਾਡਾ ਇੱਥੇ ਤੁਹਾਨੂੰ ਪਤਾ ਕਿ ਸਮੇਂ ਦੀ ਜਿਹੜੀ ਕਦਰ ਬਹੁਤ ਹੈ, ਸਮਾਂ ਹੀ ਇੱਥੇ ਪੈਸਾ ਹੈਗਾ, ਵੀ ਜਿੰਨਾ ਤੁਹਾਡਾ ਸਮਾਂ ਚੱਲ ਰਿਹਾ ਤੁਸੀਂ ਉਹਨਾਂ ਪੈਸਾ ਕਮਾ ਰਹੇ ਹੋ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ, ਕਨਫਿਊਜ਼ਨ ਤੋਂ ਬਚਣ ਦੇ ਲਈ, ਇੱਕ ਵਧੀਆ ਘਰ ਲੈਣ ਦੇ ਲਈ ਸਾਨੂੰ ਇੱਕ ਵਧੀਆ ਰੀਅਲਟਰ ਦੀ ਜ਼ਰੂਰਤ ਹੁੰਦੀ ਹੈ। ਉਹ ਵਧੀਆ ਰੀਅਲਟਰ ਸਾਡੇ ਇਸ ਪਲੇਟਫਾਰਮ ਤੇ ਆ ਕੇ ਤੁਹਾਨੂੰ ਜਿਹੜੀ ਜਾਣਕਾਰੀ ਦਿੰਦੇ ਰਹਿਣਗੇ। ਸਾਡੇ ਨਾਲ ਅੱਜ ਰਿਤੂ ਬੱਗਾ ਜੀ ਜੁੜੇ ਹੋਏ ਨੇ, ਉਹਨਾਂ ਤੋਂ ਤੁਸੀਂ ਸਰਵਿਸਿਜ਼ ਲੈ ਸਕਦੇ ਹੋ। ਅੱਛਾ ਮੈਮ, ਹੁਣ ਜਿੱਦਾਂ ਕੋਵਿਡ ਦਾ ਅਸਰ ਚੱਲ ਰਿਹਾ ਇੱਕ ਤਰ੍ਹਾਂ ਦਾ, ਇਹਨੂੰ ਇਹ ਕਹਾਂਗੇ ਵੀ ਹੁਣ ਪਤਾ ਨਹੀਂ, ਕਈ ਦਫਾ ਤਾਂ ਇਹ ਵੀ ਇਹ ਸਾਲ 1.5 ਸਾਲ ਕਦੋਂ ਤੱਕ ਖਤਮ ਹੋਏਗਾ ਇੱਕ ਪ੍ਰੋਪਰ, ਲੇਕਿਨ ਜਿਨ੍ਹਾਂ ਨੇ ਹੁਣ ਘਰ ਲੈਣਾ ਹੈਗਾ ਉਹ ਇਸ ਦਾ ਜਿਹੜਾ ਹੈਗਾ ਰੀਅਲ ਐਸਟੇਟ ਇੰਡਸਟਰੀ ਦੇ ਉੱਤੇ ਕੁਝ ਅਸਰ ਪਿਆ, ਪੋਜ਼ਿਟਿਵ ਪਿਆ, ਨੈਗੇਟਿਵ ਪਿਆ, ਜਾਂ ਜਿਹੜੇ ਲੋਕੀ ਘਰ ਲੈ ਰਹੇ ਨੇ ਉਹਨਾਂ ਦੇ ਲਈ ਕੁਝ ਕਮੀ ਆਈ ਹੈ ਜਾਂ ਜ਼ਿਆਦਾ ਘਰ ਲੈਣ ਵਾਲਿਆਂ ਨੇ, ਰੀਅਲ ਐਸਟੇਟ ਇੰਡਸਟਰੀ ਤੇ ਕੀ ਅਸਰ ਪਿਆ ਜੀ? ਕੋਵਿਡ-19 ਦਾ ਯਸ ਸਾਡੀ ਮਾਰਕੀਟ ਤੇ ਅਸਰ ਹੋਇਆ ਹੈਗਾ। ਪਹਿਲਾਂ ਜਦੋਂ ਕੋਵਿਡ ਮਾਰਕੀਟ 'ਚ ਆਇਆ ਸੀ, ਮਾਰਚ ਵਿੱਚ ਆਇਆ, ਯਸ ਉਦੋਂ ਸਾਡੇ ਤੇ ਬਹੁਤ ਵੱਡਾ ਇਫੈਕਟ ਪਿਆ ਸੀ, ਕਿਉਂਕਿ ਇੱਕਦਮ ਬ੍ਰੈਂਡ ਨਿਊ ਚੀਜ਼ ਸੀ, ਕਦੀ ਮਾਰਕੀਟ ਬੰਦ ਨਹੀਂ ਹੋਈਆਂ ਸੀ ਤੇ ਲੋਕਾਂ ਨੂੰ ਜਿੱਦਾਂ ਸਕੂਲ ਵਗੈਰਾ ਸਾਰੇ ਰਿਟੇਲਸ ਐਵਰੀਥਿੰਗ ਕਲੋਜ਼ ਆਊਟ ਹੋ ਗਿਆ। ਮਾਰਚ ਤੋਂ ਬਾਅਦ ਫਿਰ April ਆਇਆ। April ਦੇ ਵਿੱਚ ਵੀ ਅਸੀਂ ਸਲੋਲੀ ਪਿਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਤੇ ਜੇ ਹੁਣ ਮੈਂ ਮਈ ਦੀ ਗੱਲ ਕਰਦੀ ਆ ਤੇ ਮਈ ਦੇ ਵਿੱਚ ਵੀ ਆਰ ਡੂਇੰਗ ਵੈਰੀ ਗ੍ਰੇਟ, ਕਿ ਬਿਲਡਰਸ ਵੀ ਵੈਰੀ ਬਿਜ਼ੀ ਆ ਤੇ ਰੀਅਲ ਸਟੇਟ ਵੀ ਸਾਡੀ ਬੈਕ ਅਸੀਂ ਜਾ ਰਹੇ ਨਾਰਮਲ ਰੂਟੀਨ ਦੇ ਵਿੱਚ ਜਾ ਰਹੇ ਹੈਗੇ ਆ। ਤੇ ਜੇ ਅਸੀਂ ਕਹੀਏ ਵੀ ਘਰਾਂ ਦੀਆਂ ਪ੍ਰਾਈਸਾਂ ਡਿੱਗ ਗਈਆਂ ਬਹੁਤ ਜ਼ਿਆਦਾ ਵੀ ਕੋਵਿਡ-19 ਕਰਕੇ ਥੋੜਾ ਜਿਹਾ ਇਫੈਕਟ ਜ਼ਰੂਰ ਪਿਆ, ਪਰ ਮੈਂ 3 to 4% ਕਹਿ ਸਕਦੀ ਹਾਂ ਕਿ ਪ੍ਰਾਈਸ ਵਿੱਚ ਫਰਕ ਪਿਆ। ਇੱਦਾਂ ਨਹੀਂ ਹੈਗਾ ਕਿ ਕਈ ਲੋਕ ਸੋਚਦੇ ਆ ਕਿ 40 to 50% ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਡਿੱਗ ਗਈਆਂ ਹੈਗੀਆਂ ਜਾਂ ਇਹਨਾਂ ਨੇ ਡਿੱਗ ਜਾਣਾ ਹੈਗਾ ਆ। ਸੋ ਇੱਦਾਂ ਦਾ ਹਜੇ ਤੱਕ ਸਾਨੂੰ ਕੋਈ ਸਕੋਪ ਨਹੀਂ ਦਿਖ ਰਿਹਾ ਕਿ ਘਰਾਂ ਦੀਆਂ ਪ੍ਰਾਈਸਾਂ ਇੰਨੀ ਟੈਰੀਬਲੀ ਡਾਊਨ ਆ ਜਾਣ। ਤੇ ਪਰ ਜਿਨ੍ਹਾਂ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਲੈਣਾ ਹੈ ਘਰ, ਉਹ ਲੈ ਰਹੇ ਹੈਗੇ ਆ, ਮੌਰਗੇਜਾਂ ਪਾਸ ਹੋ ਰਹੀ ਹੈ, ਘਰ ਬੰਦੇ ਲੈ ਰਹੇ ਆ। ਯਸ, ਅਸੀਂ ਜਦੋਂ ਇਹ ਕੰਮ ਕਰਦੇ ਪਏ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਆਪਣੇ ਪ੍ਰੀਕਾਸ਼ਨਸ ਸਾਰੇ ਲੈ ਰਹੇ ਹੈਗੇ ਆ ਕਿ ਇੱਕ ਸੋਸ਼ਲ ਡਿਸਟੈਂਸ, ਆਪਣਾ ਗਲਵਜ਼ ਜਾਂ ਮਾਸਕ ਵਗੈਰਾ ਕਰਕੇ ਅਸੀਂ ਆਪਣੇ ਘਰ ਦਿਖਾਲਣ ਵੀ ਜਾਂਦੇ ਹਾਂ, ਅਸੀਂ ਸੈਨੀਟਾਈਜ਼ ਕਰਕੇ ਅੰਦਰ ਜਾਂਦੇ ਹਾਂ। ਸੋ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖ ਰਹੇ ਹਾਂ। ਰਾਈਟ, ਮਤਲਬ ਕਿ ਇੱਕ ਸਹੀ ਸਮਾਂ ਹੈ, ਹੁਣ ਲੈ ਸਕਦੇ ਆ ਘਰ। ਬਹੁਤ ਨਾਈਸ ਸਮਾਂ ਹੈਗਾ ਹੈ। ਇਹ ਤਾਂ ਕਹਿੰਦੇ ਹੁੰਦੇ ਆ ਕਿ ਜਿਹਨੇ ਕਰਨਾ ਤਾਂ ਉਹਨੇ ਲੈਣਾ ਹੀ ਹੈਗਾ ਆ, ਕਿਉਂਕਿ ਕਈ ਏਦਾਂ ਦੀ ਉਮੀਦ 'ਚ ਬੈਠੇ ਨੇ ਵੀ ਸ਼ਾਇਦ ਪ੍ਰਾਪਰਟੀ ਹੋਰ ਡਾਊਨ ਜਾਏਗੀ ਜਾਂ ਘਰ ਹੋਰ ਸਸਤੇ ਜਾਣਗੇ, ਇਦਾਂ ਦੇ ਵੀ ਕਈ। ਜੀ ਜਿੱਥੇ ਤੱਕ ਜਾਣਾ ਸੀ ਹਨੀ ਜੀ ਉੱਥੇ ਤੱਕ ਜਾ ਚੁੱਕੇ ਹੈਗੇ ਆ, ਪਰ ਉਹ ਤੋਂ ਜ਼ਿਆਦਾ ਜਾਣਾ ਹੋਵੇ ਉਹ ਤੋਂ ਚਲੋ ਟਾਈਮ ਹੀ ਦੱਸੂਗਾ ਕਿ ਮੈਂ ਪ੍ਰੈਡਿਕਟ ਨਹੀਂ ਕਰ ਸਕਦੀ। ਪਰ ਅਸੀਂ ਜੋ ਜਾ ਰਿਹਾ ਹੈਗਾ ਉਹਨੂੰ ਦੇਖ ਕੇ ਮੈਂ ਦੱਸ ਸਕਦੀ ਹਾਂ ਕਿ ਰਾਈਟ ਨੋ ਜੇ ਮੈਂ ਇਸ ਮਹੀਨੇ ਦੇ ਅਸੀਂ ਆਪਣੇ ਟਾਰਗੇਟ ਦੇਖਦੇ ਹੈਗੇ ਕਿ ਵੈਰੀ ਨਾਈਸਲੀ ਅਸੀਂ ਆਪਣੇ ਟਾਰਗੇਟਸ ਨੂੰ ਅਚੀਵ ਕਰ ਰਹੇ ਹੈਗੇ। ਜੀ ਬਿਲਕੁਲ, ਤੁਸੀਂ ਆਪਣਾ ਘਰ ਲੈਣ ਦੇ ਲਈ ਦੋਸਤੋ ਜ਼ਰੂਰ ਜਾ ਸਕਦੇ ਹੋ।
ਰਿਤੂ ਮੈਮ ਦੇ ਨਾਲ ਤੁਸੀਂ ਅਪਾਇੰਟਮੈਂਟ ਫਿਕਸ ਕਰਕੇ ਇਹਨਾਂ ਨੂੰ ਮਿਲ ਕੇ ਤੁਸੀਂ ਜੇਕਰ ਆਪਣੀ ਜਿਹੜੀ ਹੈਗੀ ਡਿਮਾਂਡਿੰਗ ਹਾਊਸ ਦੇ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ। ਇਹ ਤੁਹਾਨੂੰ ਜ਼ਰੂਰ ਤੁਹਾਡੇ ਜਿਹੜੇ ਸੁਪਨਿਆਂ ਦੇ ਘਰ ਤੱਕ ਜ਼ਰੂਰ ਲੈ ਕੇ ਜਾਣਗੇ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਇੰਨੀ ਦੂਰੋਂ ਦਰਾਡਿਓਂ ਕੋਈ ਵੀ ਜਿਹੜਾ ਹੈਗਾ ਜਾਂ ਇੰਨੀ ਮਿਹਨਤ ਕਰਕੇ ਅਸੀਂ ਪੈਸਾ ਇਕੱਠਾ ਕਰਦੇ ਹਾਂ ਤੇ ਉਹ ਪੈਸਾ ਸਾਡਾ ਸਹੀ ਢੰਗ ਦੇ ਉੱਤੇ ਸਹੀ ਜਗ੍ਹਾ ਤੇ ਵਰਤਿਆ ਜਾਵੇ। ਸਾਡੀ ਇਹੀ ਕੋਸ਼ਿਸ਼ ਹੈ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਜਿਹੜੇ ਸਵਾਲ ਹੈ ਘਰ ਲੈਣ ਦੇ ਪ੍ਰਤੀ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਰਿਹਾ, ਤੁਹਾਨੂੰ ਕੋਈ ਅੜਚਨ ਹੋ ਰਹੀ ਹੈ, ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਤਾਂ ਤੁਹਾਨੂੰ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਕੋਈ ਚੀਜ਼ ਲੈਣੀ ਹੈ ਤਾਂ ਮੈਨੂੰ ਵਧੀਆ ਘਰ ਮਿਲ ਜਾਵੇ, ਵਧੀਆ ਲੋਕੇਸ਼ਨ ਮਿਲ ਜਾਵੇ, ਹੈ ਨਾ, ਵਧੀਆ ਪ੍ਰਾਈਸ ਮਿਲ ਜਾਵੇ, ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਰਿਤੂ ਬੱਗਾ ਜੀ ਤੁਹਾਡੀ ਪੂਰੀ ਮਦਦ ਕਰਨਗੇ। ਸਾਡੇ ਨਾਲ ਸ਼ੋਜ਼ ਦੇ ਰਾਹੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ, ਚਾਹੇ ਮੋਰਗੇਜ ਨੂੰ ਲੈ ਕੇ, ਘਰ ਦੇ ਇੰਟੀਰੀਅਰਸ ਦੇ ਲੈ ਕੇ, ਲੈਂਡਸਕੇਪਿੰਗ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੇ ਬਲਾਈਂਡਸ ਨੂੰ ਲੈ ਕੇ, ਛੋਟੇ ਛੋਟੇ ਜਿਹੜੇ ਸਾਨੂੰ ਘਰ ਦੇ ਵਿੱਚ ਇੱਕ ਘਰ ਲੈਣ ਤੋਂ ਬਾਅਦ ਵੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਹੈ ਤਾਂ ਇਹਨਾਂ ਸ਼ੋਜ਼ ਦੇ ਵਿੱਚ ਤੁਹਾਨੂੰ ਉਹ ਅਸੀਂ ਐਕਸਪਰਟ ਬੁਲਾਵਾਂਗੇ ਜਿਹੜੇ ਕਿ ਤੁਹਾਡੇ ਘਰ ਨੂੰ ਸ਼ਿੰਗਾਰਨ ਦੇ ਵਿੱਚ ਵੀ ਮਦਦ ਕਰਨਗੇ। ਇਸ ਕਰਕੇ ਇਹਨਾਂ ਸ਼ੋਜ਼ ਨੂੰ ਤੁਸੀਂ ਰੈਗੂਲਰ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ। YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਾਡੇ Facebook ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਤਾਂ ਕਿ ਤੁਹਾਡਾ ਜਿਹੜਾ ਹੈਗਾ ਇੱਕ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨੂੰ ਲੈ ਕੇ ਤੁਹਾਡਾ ਜਿਹੜਾ ਹੈਗਾ ਸਵਾਲ ਇਸ ਪਲੇਟਫਾਰਮ ਦੇ ਰਾਹੀਂ ਪੁੱਛੇ ਜਾਣ ਤੇ ਤੁਹਾਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਜਾਵੇ। ਅੱਛਾ ਮੈਮ, ਘਰਾਂ ਦੀ ਜਿਹੜੀ ਇੱਕ ਐਵਰੇਜ ਜੇਕਰ ਆਪਾਂ ਗੱਲ ਕਰਦੇ ਹਾਂ ਵੀ ਘਰਾਂ ਦੀ ਜਿਹੜੀ ਇੱਕ ਰੋਟੇਸ਼ਨ ਹੁੰਦੀ ਹੈ ਵੀ ਜ਼ਿਆਦਾਤਰ ਜਿਹੜੀ ਹੈਗੀ ਪ੍ਰਾਈਸਿੰਗ ਵਾਲੇ ਘਰ ਦੇ ਵਿੱਚ ਹੁੰਦਾ ਹੈ, ਕੋਈ ਬੰਦਾ ਘਰੋਂ ਜਾਂਦਾ ਵੀ ਜ਼ਿਆਦਾ ਡਿਮਾਂਡਿੰਗ ਘਰ ਕਿਹੜੇ ਅੱਜ ਵਿਕ ਰਹੇ ਨੇ, ਜਿਹੜੇ ਕਹਿ ਦਿੰਦੇ ਆ ਵੀ ਹਰ ਇੱਕ ਬੰਦੇ ਦੀ ਪਾਕਟ ਅਲਾਉ ਕਰ ਲੈਂਦੀ ਹੈ, ਜਿਵੇਂ ਮੋਰਗੇਜ ਵੀ ਉਹਨੂੰ ਈਜ਼ੀਲੀ ਹੋ ਜਾਂਦੀ ਹੈ, ਤੇ ਉਹਨਾਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ? ਮੋਸਟਲੀ ਜੇ ਤੁਸੀਂ ਅੱਜ ਕੱਲ੍ਹ ਦੀ ਮਾਰਕੀਟ ਦੇਖੋਗੇ, ਅਸੀਂ 3 ਤੋਂ 4 ਲੱਖ ਦੇ ਜਿਹੜੇ ਘਰ ਆ ਉਹ ਕਾਫੀ ਅਸੀਂ ਵੇਚ ਰਹੇ ਹੈਗੇ, ਕਿਉਂਕਿ 3 ਤੋਂ 4 ਲੱਖ ਦੀ ਜਿਹੜੀ ਮਾਰਗੇਜ ਹੈਗੀ ਆ ਈਜ਼ੀ ਟੂ ਅਫੋਰਡ ਹੁੰਦੀ ਹੈ। ਇੱਕ ਨਾਰਮਲ ਹਸਬੈਂਡ ਵਾਈਫ ਦੀ ਵੀ ਜੇ ਮੈਂ ਇਨਕਮ ਲੈਣੀ ਹੈਗੀ ਆ ਤਾਂ ਉਹ 4 ਲੱਖ ਤੱਕ ਇੱਕ ਘਰ ਨੂੰ ਅਫੋਰਡ ਕਰ ਲੈਂਦੇ ਹੈਗੇ ਆ। ਜੀ ਬਿਲਕੁਲ। ਤਾਂ 3 ਤੋਂ 4 ਲੱਖ ਦਾ ਜਿਹੜਾ ਘਰ ਹੈ, 3 ਤੋਂ 4 ਲੱਖ ਦੇ ਵਿੱਚ ਘਰ ਬਹੁਤ ਈਜ਼ੀ ਆ ਵਿਕਦੇ ਆ। ਸਾਡੇ ਕੋਲ ਆਪਸ਼ਨਸ ਵੀ ਬਹੁਤ ਜ਼ਿਆਦਾ ਆ। 3 ਤੋਂ 4 ਲੱਖ ਦੇ ਵਿੱਚ ਸਾਡੇ ਕੋਲ ਡੁਪਲੈਕਸ ਆ ਜਾਂਦੇ ਆ, ਸਿੰਗਲ ਫੈਮਿਲੀ ਘਰ ਵੀ ਆ ਜਾਂਦੇ ਆ, ਡਬਲ ਗਰਾਜ ਅਟੈਚ ਆ ਜਾਂਦੇ ਆ, ਡਬਲ ਗਰਾਜ ਡੀਟੈਚ ਵੀ ਆ ਜਾਂਦੇ ਹੈਗੇ, ਜਿਹੜੀ ਸਿੰਗਲ ਫੈਮਿਲੀ ਘਰ ਦੀ ਕੈਟਾਗਰੀ 'ਚ ਡਿਪੈਂਡ ਕਰਦੇ ਆ। ਬਾਕੀ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਏਰੀਆ ਦੇ ਵਿੱਚ ਲੈਣਾ ਚਾਹੁੰਦੇ ਆ ਘਰ, ਸਾਊਥ ਈਸਟ ਜਾਣਾ ਚਾਹੁੰਦੇ ਆ, ਸਾਊਥ ਵੈਸਟ ਜਾਂ ਨਾਰਥ ਜਾਂ ਵੈਸਟ ਵਿੱਚ ਜਾਣਾ ਚਾਹੁੰਦੇ ਆ। ਸਾਰੇ ਪਾਸੇ ਤੁਹਾਡੇ ਕੋਲ ਬਹੁਤ ਹੀ ਗੁੱਡ ਡੀਲਸ ਹੈਗੀਆਂ ਰਾਈਟ ਨਾਓ। ਜੀ, ਕੁਝ ਸਿਲੈਕਟਡ ਤੁਹਾਨੂੰ ਲੱਗਦਾ ਵੀ ਜਿਵੇਂ ਕਹਿ ਦਿੰਦੇ ਆ ਵੀ ਇਹ ਪ੍ਰਾਪਰਟੀ ਜ਼ਿਆਦਾ ਜਿਵੇਂ ਡਿਮਾਂਡਿੰਗ ਹੈਗੀ ਆ, ਇਹ ਏਰੀਆ ਜ਼ਿਆਦਾ ਡਿਮਾਂਡਿੰਗ ਹੈਗਾ, ਅੱਜ ਸਾਡੀ ਅਗਰ ਆਪਾਂ ਕਮਿਊਨਿਟੀ ਦੀ ਗੱਲ ਕਰੀਏ ਕਿ ਇੱਧਰ ਲੋਕੀ ਜ਼ਿਆਦਾ ਪ੍ਰੈਫਰ ਕਰਦੇ ਨੇ? ਜੀ, ਜਿੱਦਾਂ ਹੁਣ ਪਹਿਲਾਂ ਜਦੋਂ ਲਾਰਲ ਕ੍ਰਾਸਿੰਗ ਸ਼ੁਰੂ ਹੋਇਆ ਸੀ ਤੇ ਕਾਫੀ ਡਿਮਾਂਡ ਵਿੱਚ ਸੀ ਆਪਣੇ ਇੰਡੀਅਨਸ ਦੇ ਥਰੂ, ਵੀ ਲੋਕੀ ਬਹੁਤ ਲਾਈਕ ਕਰਦੇ ਸੀ ਉਧਰ ਜਾਣਾ, ਰਾਈਟ। ਉਸ ਤਰ੍ਹਾਂ ਹੀ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਵਾਕਰ ਲੇਕ ਦੀ ਗੱਲ ਕੀਤੀ ਹੈ, ਸੋ ਵਾਕਰ ਲੇਕ ਦੇ ਵਿੱਚ ਅੱਜ-ਕੱਲ ਸਾਡੇ ਕੋਲ ਮਿਕਸ ਕਮਿਊਨਿਟੀ ਹੈਗੀ ਆ, ਪਰ ਵੈਰੀ ਨਾਈਸ ਏਰੀਆ ਹੈਗਾ, ਵੈਰੀ ਪਪੂਲਰ ਹੈ, ਕਿਉਂਕਿ ਇੱਥੇ 2 ਸਕੂਲ ਸਾਡੇ ਕੋਲ ਹੈਗੇ ਆ, ਬੱਸ ਸਰਵਿਸ ਚੱਲਦੀ ਆ ਐਂਡ ਸ਼ਾਪਿੰਗ ਵੈਰੀ ਕਲੋਜ਼ ਆ ਵੀ, ਐਂਡ ਬੱਚਿਆਂ ਦਾ ਆਊਟ ਜਿਹੜਾ ਡੋਰ ਪਲੇਇੰਗ ਦਾ ਹੈਗਾ ਆ, ਪਲੇਗਰਾਊਂਡ ਕਾਫੀ ਵੱਡੀ ਬਣੀ ਹੋਈ ਹੈਗੀ ਆ। ਤੇ ਅੱਗੇ ਸਾਡੇ ਕੋਲ ਇਹ ਹੈ ਕਿ ਇੱਥੇ ਬਹੁਤ ਹੀ ਟਾਈਪਸ ਦੇ ਘਰ ਆ, ਅਫੋਰਡੇਬਿਲਿਟੀ ਆ ਬੰਦਿਆਂ ਦੀ, ਰਾਈਟ। ਹੁਣ ਜੇ ਤੁਸੀਂ 3 ਲੱਖ ਤੱਕ ਲੈਣਾ, ਤੁਹਾਡੇ ਕੋਲ 3 ਲੱਖ ਤੱਕ ਵੀ ਘਰ ਦੀ ਵੀ ਇੱਥੇ ਰੇਂਜ ਹੈਗੀ ਆ, 3.5 ਦੀ ਵੀ ਰੇਂਜ ਹੈਗੀ। ਈਵਨ ਜੇ ਤੁਸੀਂ ਬ੍ਰੈਂਡ ਨਿਊ 3.5 ਤੱਕ ਡੁਪਲੈਕਸ ਲੈਣਾ ਮੰਗਦੇ ਆ, ਤੁਹਾਡੇ ਕੋਲ ਬ੍ਰੈਂਡ ਨਿਊ ਡੁਪਲੈਕਸ ਵੀ 3.5 ਦੇ ਕੋਲ ਹੈਗੇ ਆ। 4 ਲੱਖ ਤੋਂ ਤੁਹਾਡੇ ਕੋਲ ਸਿੰਗਲ ਫੈਮਿਲੀ ਘਰ ਜਿਹੜੇ ਹੈਗੇ ਉਹ ਸ਼ੁਰੂ ਹੋ ਜਾਂਦੇ ਆ। ਰਾਈਟ। ਇੱਕ ਤਾਂ ਮੈਮ ਸਾਡੇ ਕੋਲ ਸਵਾਲ ਆਇਆ ਸੀ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਕੁਝ ਦਰਸ਼ਕਾਂ ਦੇ ਲਈ ਇਹ ਦਿੱਕਤ ਆਉਂਦੀ ਹੈ ਵੀ ਉਹਨਾਂ ਨੂੰ ਰੈਡੀ ਟੂ ਮੂਵ ਲਾਈਕ ਜਿਹੜੇ ਕਿ ਪੋਜੈਸ਼ਨ ਦੇ ਲਈ ਰੈਡੀ ਹੁੰਦੇ ਨੇ, ਉੱਦਾਂ ਦੇ ਘਰਾਂ ਦੀ ਜ਼ਰੂਰਤ ਹੁੰਦੀ ਹੈ। ਕੁਝ ਐਦਾਂ ਦੀ ਆਪਸ਼ਨਸ ਤੁਹਾਡੇ ਕੋਲੇ ਹੈ ਨੇ ਰਾਈਟ ਨਾਓ, ਲਾਈਕ ਕੋਈ ਤੁਹਾਡੇ ਨਾਲ ਕੰਟੈਕਟ ਕਰਦਾ, ਉਹਨਾਂ ਨੂੰ ਰੈਡੀ ਟੂ ਮੂਵ ਘਰ ਦੀ ਜ਼ਰੂਰਤ ਹੈਗੀ ਹੈ, ਤਾਂ ਉਹ ਅਵੇਲੇਬਿਲਿਟੀਜ਼ ਹੈਗੀਆਂ ਨੇ ਉਹਨਾਂ? ਬਿਲਕੁਲ ਜੀ, ਹਨੀ ਜੀ, ਰੈਡੀ ਟੂ ਮੂਵ ਇਨ ਘਰ ਸਾਡੇ ਕੋਲ ਹੈਗੀ ਆ, ਰੈਡੀ ਟੂ ਗੋ। ਈਵਨ ਕੁਝ ਘਰ ਇੱਦਾਂ ਵੀ ਹੈਗੇ ਆ ਕਿ ਜਿਹੜੇ 1 ਜਾਂ 2 ਮਹੀਨਿਆਂ ਵਿੱਚ ਹੀ ਰੈਡੀ ਹੋਣ ਵਾਲੇ ਹੈਗੇ ਆ, ਕਿਉਂਕਿ ਜਿਹਦੇ ਵਿੱਚ ਜੇ ਕੋਈ ਬੰਦਾ ਰੈਂਟਿੰਗ ਤੇ ਵੀ ਰਹਿੰਦਾ ਤਾਂ ਐਟਲੀਸਟ ਉਹਨਾਂ ਨੂੰ 1 ਮੰਥ ਦਾ ਨੋਟਿਸ ਦੇਣਾ ਪੈਂਦਾ ਹੈਗਾ, ਜੇ ਅਪਾਰਟਮੈਂਟ ਜਾਂ ਤੁਸੀਂ ਬੇਸਮੈਂਟ ਕਿਤੇ ਵੀ ਰਹਿੰਦੇ ਹੈਗੇ ਆ, ਰਾਈਟ। ਤੇ ਯੈਸ ਵੀ ਅਪਰਚੁਨਿਟੀਜ਼ ਹੈਗੀਆਂ ਆ, ਵੀ ਬ੍ਰੈਂਡ ਨਿਊ ਘਰ ਕਾਫੀ ਹੈਗੇ ਸਾਡੇ ਕੋਲ। ਹਾਂ, ਜੇ ਮੈਂ ਆਪਣੇ ਇਸ ਸਾਲ ਜਾਂ ਲਾਸਟ ਈਅਰ ਨਾਲ ਕੰਪੇਅਰ ਕਰਦੇ ਆ, ਬ੍ਰੈਂਡ ਨਿਊ ਘਰ ਹੁਣ ਬਿਲਡਰ ਬਹੁਤ ਜ਼ਿਆਦਾ ਨਹੀਂ ਬਣਾ ਰਹੇ ਹੈਗੇ, ਕਿਉਂਕਿ ਦਾ ਮਾਰਕੀਟ ਦੇ ਹਿਸਾਬ ਦੇ ਨਾਲ ਉਹ ਆਰਡਰ ਤੇ ਜ਼ਿਆਦਾ ਬਣਾਉਂਦੇ ਹੈਗੇ, ਪਰ ਸਟਿਲ ਮਾਰਕੀਟ ਵਿੱਚ ਘਰ ਹੈਗੇ ਜਿਹੜੇ ਰੈਡੀ ਟੂ ਗੋ। ਜਿਹੜੇ ਲਾਈਕ ਕਸਟਮਾਈਜ਼ ਜਿਹੜੇ ਤੁਸੀਂ ਕਹਿੰਦੇ ਹੋ ਆਰਡਰ ਤੇ, ਉਹ ਕਿੰਨੀ ਦੇਰ ਚ ਮੈਮ ਘਰ ਤਿਆਰ ਹੋ ਜਾਂਦੇ ਨੇ? ਡਿਪੈਂਡ ਕਰਦਾ ਹੈਗਾ ਜੀ, 6 to 11 ਮੰਥਸ ਦੇ ਵਿੱਚ ਜਿਹੜਾ ਹੈਗਾ ਬ੍ਰੈਂਡ ਨਿਊ ਘਰ ਰੈਡੀ ਹੋ ਜਾਂਦਾ ਹੈ। ਕੁਝ ਬਿਲਡਰ ਜਿਹੜੇ ਸਾਡੇ ਆ ਉਹ 6 ਮੰਥ ਦੇ ਵਿੱਚ ਘਰ ਜਿਹੜਾ ਹੈਗਾ ਰੈਡੀ ਕਰ ਦਿੰਦੇ ਹੈਗੇ ਆ, ਤੇ ਮੋਸਟਲੀ ਬਿਲਡਰ 10 to 11 ਮੰਥਸ ਲੈਂਦੇ ਹੈਗੇ ਆ।
ਜੀ ਬਿਲਕੁਲ। ਤਾਂ ਦੋਸਤੋ ਤੁਸੀਂ ਰਿਤੂ ਬੱਗਾ ਜੀ ਸਾਡੇ ਨਾਲ ਮੋਰਟਗੇਜ ਐਕਸਪਰਟ ਜਿਹੜੇ ਕਿ ਜੁੜੇ ਹੋਏ ਨੇ, ਤਾਂ ਤੁਸੀਂ ਇਹਨਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਰੈਡੀ ਟੂ ਮੂਵ ਕਰ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ, ਜਾਂ ਫਿਰ ਜਿਹੜਾ 2-3 ਮਹੀਨੇ ਤੱਕ ਤਿਆਰ ਹੋ ਰਿਹਾ ਘਰ ਉਹਦੇ ਬਾਰੇ ਦੇਖਣਾ ਚਾਹੁੰਦੇ ਹੋ, ਸ਼ੋ ਹੋਮਸ ਦੇਖਣਾ ਚਾਹੁੰਦੇ ਹੋ, ਜਾਂ ਫਿਰ ਘਰ ਆਪਣਾ ਕੋਈ ਹੈਗਾ ਤੁਸੀਂ ਵੇਚਣਾ ਚਾਹੁੰਦੇ ਹੋ, ਤੁਹਾਡੇ ਤੁਸੀਂ ਕਿਸੇ ਘਰ ਦੇ ਵਿੱਚ ਰਹਿ ਰਹੇ ਹੋ, ਤੁਸੀਂ ਉਹਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਘਰ ਸੇਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਹਰ ਇੱਕ ਤਰ੍ਹਾਂ ਦੇ ਸਵਾਲ ਇਸ ਪਲੇਟਫਾਰਮ ਦੇ ਰਾਹੀਂ ਪੁੱਛੇ ਜਾਣਗੇ। ਪ੍ਰਾਪਰਟੀ ਨੂੰ ਲੈ ਕੇ ਜਿਹੜਾ ਦ ਰੀਅਲ ਸਟੇਟ ਗੁਰੂ ਸਾਡਾ ਸ਼ੋਅ ਹੈਗਾ, ਉਹਦੇ ਰਾਹੀਂ ਤੁਸੀਂ ਆਪਣਾ ਜਿਹੜਾ ਹੈਗਾ ਘਰ ਨੂੰ ਲੈ ਕੇ ਰੀਅਲ estate ਦੇ ਬਾਰੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਮਰਸ਼ੀਅਲ ਪ੍ਰਾਪਰਟੀਜ਼ ਦੇ ਉੱਤੇ ਵੀ ਗੱਲ ਕਰਾਂਗੇ। ਲੇਕਿਨ ਜਿਹੜਾ ਹੈਗਾ ਰਿਤੂ ਮੈਮ ਦੇ ਨਾਲ ਅਗਲੇ ਸ਼ੋਅ ਦੇ ਲਈ ਜੁੜਨ ਦੇ ਲਈ ਦੋਸਤੋ ਅਸੀਂ ਤੁਹਾਨੂੰ ਟਾਈਮ ਦਿੰਦੇ ਰਵਾਂਗੇ ਕਿ ਕਦੋਂ ਸਾਡੇ ਨਾਲ ਰਿਤੂ ਮੈਮ ਜੁੜ ਰਹੇ ਨੇ, ਤਾਂ ਕਿ ਤੁਸੀਂ ਇਹਨਾਂ ਨਾਲ ਸਵਾਲ ਪੁੱਛ ਸਕੋ। ਮੈਮ ਅਗਲੇ ਸ਼ੋਅ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿ ਕਿੱਦਾਂ ਦੇ ਜਿਹੜੇ ਹੈਗੇ ਤੁਹਾਡੇ ਕੋਲੇ ਕੁਐਰੀਜ਼ ਜਿਹੜੀਆਂ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ, ਜਿਹੜਾ ਸਾਡਾ ਆਉਣ ਵਾਲਾ ਸ਼ੋਅ ਹੈਗਾ? ਮੈਂ ਚਾਹੂੰਗੀ ਕਿ ਪਹਿਲਾਂ ਤਾਂ ਇਹਨਾਂ ਦਾ ਹੀ ਹੱਕ ਬਣਦਾ ਜੀ, ਜੋ ਸਾਨੂੰ ਕੁਐਸਚਨ ਪੁੱਛਣਗੇ ਤੁਹਾਡੇ ਕੋਲ ਆਉਣਗੇ, ਜੀ, 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 ਬਿਲਕੁਲ। ਆਪਾਂ ਓਪਨਲੀ ਉਹਨਾਂ ਨੂੰ ਆਨਸਰ ਕਰ ਸਕਦੇ ਹਾਂ ਜੋ ਵੀ ਇਹਨਾਂ ਦਾ ਪੁਆਇੰਟ ਹੈਗਾ ਆ। ਜੀ। ਪਰ ਮੈਂ ਇੱਕ ਪੁਆਇੰਟ ਜ਼ਰੂਰ ਇਹਨਾਂ ਨੂੰ ਡਿਸਕਸ ਕਰਨਾ ਚਾਹੂੰਗੀ। ਕੰਡੋਮੀਨੀਅਮ ਦੀ ਪ੍ਰੋਸੈਸ ਦੇ ਵਿੱਚ ਜਦੋਂ ਇਹ ਕੋਈ ਵੀ ਕੰਡੋਸ ਬਾਏ ਕਰਦੇ ਆ ਜਾਂ ਟਾਊਨ ਹਾਊਸ ਬਾਏ ਕਰਦੇ ਆ, ਜੀ। ਤੇ ਉਹਨਾਂ ਨੂੰ ਮੈਂ ਥੋੜਾ ਜਿਹਾ ਜ਼ਰੂਰ ਦੱਸਣਾ ਚਾਹੂੰਗੀ ਕਿ ਇੱਕ ਕੰਡੋ ਜਾਂ ਟਾਊਨ ਹਾਊਸ ਤੇ ਸਿੰਗਲ ਫੈਮਿਲੀ 'ਚ ਫਰਕ ਕੀ ਹੈਗਾ ਆ। ਰਾਈਟ। ਤਾਂ ਦੋਸਤੋ ਕੰਡੋਮੀਨੀਅਮ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹਨਾਂ ਦੇ ਵਿੱਚ ਫਰਕ ਕੀ ਹੁੰਦਾ, ਟਾਊਨ ਹਾਊਸ ਦੇ ਵਿੱਚ ਕੀ ਫਰਕ ਹੁੰਦਾ, ਇਹਦੇ ਬਾਰੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਚਰਚਾ ਕਰਾਂਗੇ। ਇਹ ਐਪੀਸੋਡ ਵਾਈਜ਼ ਸਾਡੇ ਇਹਨਾਂ ਸ਼ੋਜ਼ ਨੂੰ ਤੁਸੀਂ ਦੇਖ ਸਕਦੇ ਹੋ, ਮੈਮ ਦੇ ਪੁਰਾਣੇ ਸ਼ੋਜ਼ ਵੀ ਦੇਖ ਸਕਦੇ ਹੋ। ਇਸ ਸ਼ੋਅ ਤੋਂ ਇਲਾਵਾ ਆਉਣ ਵਾਲੇ ਸ਼ੋਜ਼ ਦੇ ਦੇਖਣ ਦੇ ਲਈ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਹਨੀ ਵਾਲੀਆ ਸ਼ੋਜ਼। ਉਹਦੇ ਵਿੱਚ ਸਾਡਾ ਜਿਹੜਾ ਹੈਗਾ ਰੀਅਲ estate ਗੁਰੂ, ਇਹ ਜਿਹੜਾ ਐਪੀਸੋਡ ਜਿਹੜਾ ਹੈਗਾ ਇਹਦੇ ਉੱਤੇ ਸਾਡਾ ਆਧਾਰਿਤ ਹੈਗਾ ਕਿ ਤੁਹਾਨੂੰ ਘਰ ਲੈਣ ਦੇ ਲਈ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਲੈਣ ਦੇ ਵਿੱਚ ਇਹ ਸਾਡੇ ਸ਼ੋਜ਼ ਮਦਦ ਕਰਦੇ ਨੇ। ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ੋਅ ਦੇ ਦੌਰਾਨ ਆਏ ਦੋਸਤੋ। ਇਸੇ ਤਰ੍ਹਾਂ ਤੁਸੀਂ ਸਾਡੇ ਸ਼ੋਅ ਦੇ ਨਾਲ ਬਣੇ ਰਹੋ ਦੋਸਤੋ, ਤੁਹਾਡੇ ਸਵਾਲਾਂ ਦੀ ਸਾਨੂੰ ਜ਼ਰੂਰ ਜ਼ਰੂਰਤ ਪੈਂਦੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ।